ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ। ਅਤੇ ਅੱਜ ਫਿਰ ਅਸੀਂ ਤੁਹਾਡੇ ਕੋਲ ਸਾਹਮਣੇ ਡੇਲੀ ਦੇ ਕਰੰਟ ਅਫੇਅਰ ਲੈ ਕੇ ਹਾਜ਼ਰ ਹਾਂ। ਅੱਜ 23 ਮਾਰਚ ਅਤੇ 23 ਮਾਰਚ ਦਾ ਜੋ ਸਾਡਾ ਸੈਸ਼ਨ ਹੈ ਉਹ ਤੁਹਾਡੇ ਨਾਲ ਅੱਜ ਡਿਸਕਸ ਕਰਾਂਗੇ। ਅਤੇ ਆਓ ਸ਼ੁਰੂ ਕਰਦੇ ਹਾਂ। ਤਾਂ ਸਾਡਾ ਪਹਿਲਾ ਕੁਐਸਚਨ ਹੈ, whose memory is 23rd March celebrated in? 23 ਮਾਰਚ ਦਾ ਦਿਨ ਕਿਸ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ? ਤਾਂ ਆਪਸ਼ਨ ਹੈਗੀ ਸਾਡੇ ਕੋਲ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਾਂ ਆਲ ਆਫ ਦੀ ਅਬਵ। ਤਾਂ ਇਹਦਾ ਆਪਸ਼ਨ ਆਏਗਾ ਜੀ ਡੀ ਆਪਸ਼ਨ, ਆਲ ਆਫ ਦੀ ਅਬਵ। ਤਾਂ 23 ਮਾਰਚ ਦਾ ਜੋ ਦਿਨ ਹੈ ਉਹ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਇਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੇਖਦੇ ਹਾਂ। ਤਾਂ ਕੀ ਸੀ, 8 ਅਪ੍ਰੈਲ 1929 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤਿੰਨੇ ਸਾਥੀਆਂ ਨੇ ਇਕੱਠੇ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀਗਾ, ਤਾਂ ਜੋ ਜਿਹੜਾ ਅੰਗਰੇਜ਼ ਸਰਕਾਰ ਹੈ ਉਸਨੂੰ ਜਗਾਇਆ ਜਾ ਸਕੇ। ਅਤੇ ਉੱਥੇ ਬੰਬ ਸੁੱਟਦੇ ਸਮੇਂ ਉਹਨਾਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਆਪਣੀ ਗ੍ਰਿਫਤਾਰੀ ਦਿੱਤੀ ਸੀ, ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਮੁਕੱਦਮੇ ਚਲਾਏ ਗਏ ਅਤੇ ਲਾਹੌਰ ਦੇ ਸੈਂਟਰਲ ਜੇਲ੍ਹ ਦੇ ਵਿੱਚ 23 ਮਾਰਚ 1931 ਨੂੰ ਜੋ ਹੈ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਤਾਂ ਉਹ 23 ਮਾਰਚ 1931 ਦਾ ਦਿਨ ਜੋ ਹੈ ਉਸ ਦਿਨ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਤਾਂ ਉਸੇ ਦਿਨ ਤੋਂ ਹੀ ਅਸੀਂ ਕੀ ਹੈ, ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਅਸੀਂ ਸ਼ਹੀਦ ਦਿਵਸ ਜਿਹੜਾ ਹੈਗਾ ਹਰ ਸਾਲ ਮਨਾਉਂਦੇ ਆ ਰਹੇ ਹਾਂ। ਅਤੇ ਅੱਜ ਸਾਡਾ 23 ਮਾਰਚ ਹੀ ਹੈ। 23 ਮਾਰਚ ਦਾ ਜਿਹੜਾ ਦਿਨ ਹੈ ਇਹਨਾਂ ਤਿੰਨੇ ਕ੍ਰਾਂਤੀਕਾਰੀ ਇਨਕਲਾਬੀਆਂ ਨੂੰ ਜਿਹੜਾ ਹੈਗਾ ਇਹ ਸਮਰਪਿਤ ਹੈਗਾ। ਉਸ ਤੋਂ ਬਾਅਦ ਹੈ ਸਾਡਾ ਅਗਲਾ ਕੁਐਸਚਨ ਹੈ, ਵੈਨ ਇਜ਼ ਵਰਲਡ ਮੈਟੇਰੋਲੋਜੀਕਲ ਡੇ ਸੈਲੀਬਰੇਟਡ? ਵਰਲਡ ਮੈਟੇਰੋਲੋਜੀਕਲ ਡੇ ਕਦੋਂ ਸੈਲੀਬਰੇਟ ਕੀਤਾ ਜਾਂਦਾ? ਇਹਦੀ ਆਪਸ਼ਨ ਹੈਗੀ ਸਾਡੇ ਕੋਲ 20 ਮਾਰਚ, 21 ਮਾਰਚ, 22 ਮਾਰਚ ਜਾਂ 23 ਮਾਰਚ। ਤਾਂ ਇਹਦਾ ਆਨਸਰ ਜੋ ਆਏਗਾ ਉਹ ਆਏਗਾ 23 ਮਾਰਚ। 23 ਮਾਰਚ ਦੇ ਦਿਨ ਵਰਲਡ ਮੈਟੇਰੋਲੋਜੀਕਲ ਡੇ ਸੈਲੀਬਰੇਟ ਕੀਤਾ ਜਾਂਦਾ ਹੈ। ਵਰਲਡ ਮੈਟੇਰੋਲੋਜੀਕਲ ਡੇ ਕੀ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਪੜ੍ਹਦੇ ਆਂਗੇ ਆਪਾਂ। ਤਾਂ ਵਰਲਡ ਮੈਟੇਰੋਲੋਜੀਕਲ ਦੇਖੋ ਕੀ ਹੈਗਾ ਡੇ, ਇਹ ਡੇ ਹੈਗਾ ਵਰਲਡ ਮੈਟੇਰੋਲੋਜੀਕਲ ਡੇ ਇਜ਼ ਸੈਲੀਬਰੇਟਡ ਔਨ 23rd ਮਾਰਚ ਐਵਰੀ ਈਅਰ ਟੂ ਅਟਰੈਕਟ ਅਟੈਂਸ਼ਨ ਟੂਵਰਡਸ ਵੈਦਰ ਐਂਡ ਕਲਾਈਮੇਟ ਫॉर ਦੀ ਸੇਫਟੀ ਐਂਡ ਵੈਲਬੀਂਗ ਫॉर ਦੀ ਸੋਸਾਇਟੀ ਦੀ ਸੇਫਟੀ ਦੇ ਲਈ, ਵੈਲਬੀਂਗ ਦੇ ਲਈ, ਵੈਦਰ ਦੇ ਬਾਰੇ ਜਾਂ ਕਲਾਈਮੇਟ ਦੇ ਬਾਰੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ, ਉਹਨਾਂ ਨੂੰ ਉਹਨਾਂ ਦੇ ਅਟੈਂਸ਼ਨ ਖਿੱਚਣ ਦੇ ਲਈ ਜਿਹੜਾ ਹੈਗਾ ਇਹ ਅਸੀਂ ਹਰ ਸਾਲ ਵਰਲਡ ਮੈਟੇਰੋਲੋਜੀਕਲ ਡੇ ਮਨਾਉਂਦੇ ਹੈਗੇ। ਅਤੇ ਇਸ ਸਾਲ ਵੀ ਜਿਹੜਾ ਹੈਗਾ ਸਾਡਾ ਇਹ ਵਰਲਡ ਮੈਟੇਰੋਲੋਜੀਕਲ ਡੇ ਮਨਾਇਆ ਜਾ ਰਿਹਾ। ਅਤੇ ਇਸ ਦਾ ਥੀਮ ਕੀ ਹੈ ਇਸ ਵਾਰ ਦਾ? ਅਰਲੀ ਵਾਰਨਿੰਗ ਐਂਡ ਅਰਲੀ ਐਕਸ਼ਨ। ਇਸ ਵਾਰ ਦਾ ਜਿਹੜਾ ਇਸ ਦਾ ਥੀਮ ਹੈਗਾ, ਅਤੇ ਜਿਹਦੇ ਨਾਲ ਅਸੀਂ ਜਿਹੜੀ ਸਾਡੀ ਸੁਸਾਇਟੀ ਦੇ ਵਿੱਚ ਕਲਾਈਮੇਟ ਦੇ ਵਿੱਚ ਜਾਂ ਵੈਦਰ ਦੇ ਵਿੱਚ ਜੋ ਚੇਂਜਸ ਆ ਰਹੇ ਨੇ, ਜੋ ਸਾਡੇ ਲਈ ਖਤਰਨਾਕ ਨੇਗੇ, ਨੁਕਸਾਨਦਾਇਕ ਨੇ, ਉਹਨਾਂ ਤੋਂ ਬਚਿਆ ਜਾ ਸਕੇ। ਸੁਸਾਇਟੀ ਦੀ ਸੇਫਟੀ ਦੇ ਲਈ, ਵੈਲਬੀਂਗ ਦੇ ਲਈ, ਲੋਕਾਂ ਨੂੰ ਅਵੇਅਰ ਕਰਨ ਦੇ ਲਈ ਜਿਹੜਾ ਹੈਗਾ ਵਰਲਡ ਮੈਟੇਰੋਲੋਜੀਕਲ ਡੇ ਜਿਹੜਾ ਹੈਗਾ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਸਾਡੇ ਅਗਲੇ ਕੁਐਸਚਨ ਦੀ। ਅਗਲਾ ਕੁਐਸਚਨ ਹੈ ਸਾਡਾ, ਹੂ ਹੈਜ਼ ਬੀਨ ਨੇਮਡ ਸਪੋਰਟਸ ਪਰਸਨ ਆਫ ਦਾ ਈਅਰ ਐਟ 2022 ਸਪੋਰਟਸ ਏਸਿਸ ਅਵਾਰਡਸ? 2022 ਦੇ ਸਪੋਰਟਸ ਏਸਿਸ ਅਵਾਰਡਸ ਦੇ ਵਿੱਚ ਕਿਸ ਸਪੋਰਟਸਮੈਨ ਨੂੰ ਸਪੋਰਟਸਮੈਨ ਆਫ ਦੀ ਈਅਰ ਜੋ ਹੈ ਅਵਾਰਡ ਮਿਲੇਗਾ? ਤਾਂ ਆਪਸ਼ਨ ਹੈ ਸਾਡੇ ਕੋਲ ਵਿਰਾਟ ਕੋਹਲੀ, ਨੀਰਜ ਚੋਪੜਾ, PV ਸਿੰਧੂ ਜਾਂ ਕੋਈ ਨਹੀਂ। ਤਾਂ ਇਸ ਦਾ ਜੋ ਆਨਸਰ ਆਏਗਾ ਉਹ ਆਏਗਾ ਨੀਰਜ ਚੋਪੜਾ। ਤਾਂ ਨੀਰਜ ਚੋਪੜਾ ਨੂੰ ਜੋ ਹੈ 2022 ਸਪੋਰਟਸ ਏਸਿਸ ਅਵਾਰਡਸ ਦੇ ਵਿੱਚ ਸਪੋਰਟਸਮੈਨ ਆਫ ਦੀ ਈਅਰ ਇਹਨਾਂ ਨੂੰ ਚੁਣਿਆ ਗਿਆ ਹੈ। ਨੀਰਜ ਚੋਪੜਾ ਕੌਣ ਨੇਗੇ, ਇਹਨਾਂ ਬਾਰੇ ਜਾਣਦੇ ਹੈਗੇ। ਤਾਂ ਸਭ ਤੋਂ ਪਹਿਲਾਂ ਹੀ ਗੱਲ ਕੀ ਹੈ, ਨੀਰਜ ਚੋਪੜਾ ਜੋ ਹੈਗੇ ਨੇ ਆਰਮੀ ਦੇ ਵਿੱਚ ਸੂਬੇਦਾਰ ਨੇਗੇ। ਅਤੇ ਸੂਬੇਦਾਰ ਨੀਰਜ ਚੋਪੜਾ ਇੱਕ ਇੰਡੀਅਨ ਟਰੈਕ ਐਂਡ ਫੀਲਡ ਐਥਲੀਟ ਨੇਗੇ।
ਇਹ ਇੱਕ ਐਥਲੀਟ ਨੇ ਜੋ ਕਿ ਜੈਵਲਿਨ ਥਰੋ ਦੀ ਜਿਹੜੀ ਗੇਮ ਹੈ ਉਹਦੇ ਵਿੱਚ ਪਾਰਟੀਸਪੇਟ ਕਰਦੇ ਨੇ, ਜਾਂ ਮੰਨ ਲਓ ਜੈਵਲਿਨ ਥਰੋ ਦੀ ਗੇਮ ਜਿਹੜੀ ਹੈਗੀ ਨੇ ਇਹ ਖੇਡਦੇ ਨੇਗੇ, ਜੈਵਲਿਨ ਥਰੋ ਸੁੱਟਦੇ ਨੇਗੇ। ਅਤੇ ਇਹਨਾਂ ਨੇ ਆਪਣੇ ਡੈਬਿਊ ਦੇ ਵਿੱਚ ਹੀ 2020 ਓਲੰਪਿਕਸ ਦੇ ਵਿੱਚ ਜੋ ਟੋਕੀਓ ਦੇ ਵਿੱਚ ਹੋਏ ਸੀ ਉੱਥੇ ਇਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ। 7 ਅਗਸਤ 2021 ਦਾ ਦਿਨ ਸੀਗਾ ਜਦੋਂ ਇਹਨਾਂ ਨੇ 87.58 ਮੀਟਰ ਆਪਣੇ ਦੂਜੇ ਅਟੈਂਪਟ ਦੇ ਵਿੱਚ ਸੁੱਟਿਆ ਸੀ ਅਤੇ ਗੋਲਡ ਮੈਡਲ ਜਿੱਤਿਆ ਸੀ ਇਹਨਾਂ ਨੇ ਟੋਕੀਓ ਓਲੰਪਿਕ ਦੇ ਵਿੱਚ। ਨੀਰਜ ਚੋਪੜਾ, ਇਹਨਾਂ ਨੂੰ ਸਪੋਰਟਸ ਪਰਸਨ ਆਫ ਦੀ ਈਅਰ ਦਾ ਅਵਾਰਡ ਦਿੱਤਾ ਗਿਆ ਹੈ। ਉਸ ਤੋਂ ਬਾਅਦ ਹੈ ਸਾਡਾ ਅਗਲਾ ਕੁਐਸਚਨ, ਰੀਸੈਂਟਲੀ NMDC ਹੈਜ਼ ਟਾਈਡ ਅਪ ਵਿਦ ਵਿਚ IIT ਫॉर ਡਰੋਨ ਬੇਸਡ ਮਿਨਰਲ ਐਕਸਪਲੋਰੇਸ਼ਨ। NMDC ਨੇ ਟਾਈ ਅਪ ਕੀਤਾ ਹੈਗਾ IIT ਦੇ ਨਾਲ, ਜਿਹਦੇ ਨਾਲ ਮਿਨਰਲ ਐਕਸਪਲੋਰੇਸ਼ਨ ਹੈ ਜਿਹੜੀ ਖਣਿਜਾਂ ਨੂੰ ਕੱਢਿਆ ਜਾਂਦਾ ਧਰਤੀ ਦੇ ਵਿੱਚੋਂ, ਉਸ ਨੂੰ ਡਰੋਨ ਬੇਸਡ ਜਿਹੜਾ ਇੱਕ ਪ੍ਰੋਜੈਕਟ ਚਲਾਇਆ ਜਾਏਗਾ IIT ਦੇ ਨਾਲ ਮਿਲ ਕੇ। ਤਾਂ ਉਹ ਕਿਹੜੀ IIT ਹੈਗੀ? ਆਪਸ਼ਨ ਹੈ ਸਾਡੇ ਕੋਲ IIT ਖੜਗਪੁਰ, ਮਦਰਾਸ ਜਾਂ IIT ਬੰਬੇ, ਜਾਂ ਕੋਈ ਨਹੀਂ। ਤਾਂ ਇਹਦਾ ਆਪਸ਼ਨ ਆਏਗਾ ਸਾਡੇ ਕੋਲ IIT ਖੜਗਪੁਰ। NMDC ਨੇ IIT ਖੜਗਪੁਰ ਦੇ ਨਾਲ ਮਿਲ ਕੇ ਟਾਈ ਅਪ ਕੀਤਾ ਹੈਗਾ, ਜਿਹਦੇ ਨਾਲ ਕਿ ਇੱਕ ਡਰੋਨ ਬੇਸਡ ਪ੍ਰੋਜੈਕਟ ਚਲਾਇਆ ਜਾਏਗਾ, ਜਿਹਦੇ ਨਾਲ ਜਿਹੜੇ ਮਿਨਰਲਸ ਨੇਗੇ ਉਹਨਾਂ ਨੂੰ ਲੱਭਣਾ ਸੌਖਾ ਰਹੇਗਾ, ਉਹਨਾਂ ਨੂੰ ਕੱਢਣਾ ਵੀ ਸੌਖਾ ਰਹੇਗਾ। NMDC ਹੈ ਕਿ ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂਗੇ। NMDC ਇਹਦੀ ਫੁੱਲ ਫਾਰਮ ਜੋ ਹੈ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ। ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ, ਰਾਸ਼ਟਰੀ ਖਣਿਜ ਵਿਕਾਸ ਕਾਰਪੋਰੇਸ਼ਨ ਜਿਹੜੀ ਹੈਗੀ ਹੈ NMDC, ਇਹ ਇੱਕ ਗੌਰਮੈਂਟ ਓਨਡ ਹੈਗੀ ਮਿਨਰਲ ਪ੍ਰੋਡਿਊਸਰ ਹੈਗੀ, ਮਿਨਰਲ ਜਿਹੜੇ ਹੈਗੇ ਨੇ ਪ੍ਰੋਡਿਊਸ ਕਰਦੀ ਹੈਗੀ ਇਹ। ਇਟ ਇਜ਼ ਅੰਡਰ ਦੀ ਓਨਰਸ਼ਿਪ ਆਫ ਮਿਨਿਸਟਰੀ ਆਫ ਸਟੀਲ, ਗੌਰਮੈਂਟ ਆਫ ਇੰਡੀਆ। ਗੌਰਮੈਂਟ ਆਫ ਇੰਡੀਆ ਦੀ ਮਿਨਿਸਟਰੀ ਆਫ ਸਟੀਲ ਦੇ ਅੰਡਰ ਜਿਹੜੀ ਹੈਗੀ NMDC ਕੰਮ ਕਰਦੀ ਹੈਗੀ। ਅਤੇ ਇਹ ਕਾਹਦੇ 'ਚ ਇਨਵੋਲਵ ਹੈਗੀ? ਇਹ ਆਇਰਨ ਔਰ ਨੂੰ ਐਕਸਪਲੋਰ ਕਰਨਾ, ਕੋਪਰ, ਰੌਕ ਫਾਸਫੇਟ, ਲਾਈਮਸਟੋਨ, ਡੋਲੋਮਾਈਟ, ਜਿਪਸਮ, ਬੈਂਟੋਨਾਈਟ, ਮੈਗਨੇਸਾਈਟ, ਡਾਇਮੰਡ, ਟੀਨ, ਟੰਗਸਟਨ, ਗ੍ਰੇਫਾਈਟ, ਠੀਕ ਹੈ। ਇਹ ਜਿਹੜੇ ਮਿਨਰਲ ਹੈਗੇ ਨੇ ਇਹਨਾਂ ਨੂੰ ਐਕਸਪਲੋਰ ਕਰਦੀ ਹੈ NMDC, ਅਤੇ NMDC ਨੇ ਟਾਈ ਅਪ ਕੀਤਾ ਹੈਗਾ IIT ਖੜਗਪੁਰ ਦੇ ਨਾਲ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਕੁਐਸਚਨ, ਵਿਚ ਕੰਪਨੀ ਹੈਜ਼ ਬਿਕਮ ਟੂ ਆਫਰ ਡਿਜੀਟਲ ਪੇਮੈਂਟਸ ਟੂ ਨੋਨ ਇੰਟਰਨੈਟ ਯੂਜ਼ਰਸ। ਕਿਹੜੀ ਕੰਪਨੀ ਨੇ ਆਫਰ ਕੀਤਾ ਹੈਗਾ ਡਿਜੀਟਲ ਪੇਮੈਂਟ ਦੇ ਲਈ ਵੀ ਜਿਹੜੇ ਨੋਨ ਇੰਟਰਨੈਟ ਯੂਜ਼ਰ ਨੇ, ਜਿਹੜੇ ਇੰਟਰਨੈਟ ਨਹੀਂ ਯੂਜ਼ ਕਰਦੇ, ਉਹਨਾਂ ਨੂੰ ਵੀ ਕੀ ਹੈ ਡਿਜੀਟਲ ਪੇਮੈਂਟ ਦੀ ਜਿਹੜੀ ਆਪਸ਼ਨ ਹੈਗੀ ਉਹ ਰਹੇਗੀ। ਤਾਂ ਇਹ ਕਿਹਨੇ ਆਫਰ ਕੀਤੀ? ਆਪਸ਼ਨ ਹੈ ਸਾਡੇ ਕੋਲ BPCL, HPCL, IOCL ਜਾਂ ਨਨ ਆਫ ਦਿਸ। ਤਾਂ ਇਹਦੀ ਆਪਸ਼ਨ ਆਏਗੀ ਜੀ BPCL। BPCL ਨੇ ਆਫਰ ਕੀਤਾ ਹੈਗਾ ਡਿਜੀਟਲ ਪੇਮੈਂਟ ਦਾ ਜਿਹੜੇ ਨੋਨ ਇੰਟਰਨੈਟ ਯੂਜ਼ਰ ਨੇਗੇ, ਇੰਟਰਨੈਟ ਜਿਹੜੇ ਨਹੀਂ ਯੂਜ਼ ਕਰਦੇ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਕੁਐਸਚਨ, ਵੇਅਰ ਹੈਜ਼ ਬੀਨ ਦ ਪੁਤਲ ਉਤਸਵ ਬੀਨ ਔਰਗਨਾਈਜ਼ਡ। ਪੁਤਲ ਉਤਸਵ ਕਿੱਥੇ ਔਰਗਨਾਈਜ਼ ਕੀਤਾ ਗਿਆ ਹੈਗਾ? ਤਾਂ ਆਪਸ਼ਨ ਹੈ ਸਾਡੇ ਕੋਲ ਪੂਨੇ, ਨਿਊ ਦਿੱਲੀ, ਕੋਚੀ ਜਾਂ ਨਨ ਆਫ ਦਿਸ। ਤਾਂ ਪੁਤਲ ਉਤਸਵ ਨੂੰ ਕਿੱਥੇ ਔਰਗਨਾਈਜ਼ ਕੀਤਾ ਗਿਆ? ਨਿਊ ਦਿੱਲੀ ਦੇ ਵਿੱਚ ਔਰਗਨਾਈਜ਼ ਕੀਤਾ ਗਿਆ ਹੈਗਾ। ਪੁਤਲ ਉਤਸਵ ਹੈ ਕੀ, ਇਸ ਦੇ ਬਾਰੇ ਆਪਾਂ ਜਾਣਦੇ ਹਾਂਗੇ। ਔਨ ਦੀ ਓਕੇਜ਼ਨ ਆਫ ਵਰਲਡ ਪਪੇਟਰੀ ਡੇ, ਸੰਗੀਤ ਨਾਟਕ ਅਕੈਡਮੀ ਆਫ ਨਿਊ ਦਿੱਲੀ ਅੰਡਰ ਦੀ ਮਿਨਿਸਟਰੀ ਆਫ ਕਲਚਰ ਇਜ਼ ਔਰਗਨਾਈਜ਼ਿੰਗ ਆ ਪਪੇਟ ਫੈਸਟੀਵਲ, ਪੁਤਲ ਫੈਸਟੀਵਲ। ਤਾਂ ਪੁਤਲ ਫੈਸਟੀਵਲ ਕੀ ਹੈਗਾ? ਇੱਕ ਕਠਪੁਤਲੀਆਂ ਬਾਰੇ ਤੁਸੀਂ ਜਾਣਦੇ ਹੋ। ਕਠਪੁਤਲੀਆਂ ਦਾ ਜਿਹੜਾ ਹੈਗਾ ਇੱਕ ਸ਼ੋਅ ਕਹਿ ਸਕਦੇ ਹਾਂ, ਜਾਂ ਉਹਨਾਂ ਦਾ ਮਤਲਬ ਲਗਾਇਆ ਜਾਂਦਾ ਹੈਗਾ ਮੇਲਾ, ਠੀਕ ਹੈ। ਤਾਂ ਉਹਨੂੰ ਅਸੀਂ ਪੁਤਲ ਫੈਸਟੀਵਲ ਕਹਿ ਦਿੰਦੇ ਹੈਗੇ। ਇਹਨੂੰ ਕਿਹਨੇ ਔਰਗਨਾਈਜ਼ ਕੀਤਾ ਇਸ ਪੁਤਲ ਉਤਸਵ ਨੂੰ? ਸੰਗੀਤ ਨਾਟਕ ਅਕੈਡਮੀ ਹੈਗੀ ਨਿਊ ਦਿੱਲੀ ਦੇ ਵਿੱਚ, ਜਿਹੜੀ ਕਿ ਹੈ ਮਿਨਿਸਟਰੀ ਆਫ ਕਲਚਰ ਦੇ ਅੰਡਰ ਕੰਮ ਕਰਦੀ ਹੈਗੀ। ਉਹਨਾਂ ਨੇ ਇਹ ਔਰਗਨਾਈਜ਼ ਕੀਤਾ ਹੈਗਾ। ਕਿਹੜੇ ਮੌਕੇ 'ਤੇ ਔਰਗਨਾਈਜ਼ ਕੀਤਾ? ਵਰਲਡ ਪਪੇਟਰੀ ਡੇ ਦੇ ਉੱਤੇ। ਤਾਂ ਇਸ ਵਾਰ ਦਾ ਜਿਹੜਾ ਇਹਨਾਂ ਦਾ ਥੀਮ ਹੈ ਉਹ ਕੀ ਹੈਗਾ? ਆਜ਼ਾਦੀ ਕੇ ਰੰਗ ਪੁਤਲ ਕੇ ਸੰਗ। ਇਹ ਇਸ ਵਾਰ ਦਾ ਇਹਨਾਂ ਦਾ ਥੀਮ ਹੈਗਾ ਪੁਤਲ ਉਤਸਵ ਦਾ। ਅਤੇ ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ, ਇੰਡੀਆ ਐਂਡ ਵਿਚ ਕੰਟਰੀ ਹੈਵ ਸਟਾਰਟਡ ਕਲੀਨ ਐਨਰਜੀ ਪਾਰਟਨਰਸ਼ਿਪ।
ਇੰਡੀਆ ਅਤੇ ਇੱਕ ਹੋਰ ਕੰਟਰੀ, ਇਹਨਾਂ ਦੇ ਵਿਚਕਾਰ ਕਲੀਨ ਐਨਰਜੀ ਪਾਰਟਨਰਸ਼ਿਪ ਜਿਹੜੀ ਹੈਗੀ ਉਹ ਹੋਈ ਹੈਗੀ। ਤਾਂ ਇਹ ਕਿਹੜਾ ਕੰਟਰੀ ਹੈਗਾ? ਫਰਾਂਸ ਹੈ, ਰਸ਼ੀਆ ਹੈ, ਜਪਾਨ ਹੈ, ਜਾਂ ਨਨ ਆਫ ਦੀ? ਤਾਂ ਇਹਦਾ ਆਪਸ਼ਨ ਆਏਗਾ ਜੀ ਜਪਾਨ। ਇਹ ਆਪਾਂ ਕੱਲ੍ਹ ਵਾਲੇ ਉਹ 'ਚ ਵੀ ਕੀਤਾ ਸੀਗਾ ਸੈਸ਼ਨ ਦੇ ਵਿੱਚ ਕਿ ਜਪਾਨ ਦੇ ਨਾਲ ਜਿਹੜਾ ਹੈਗਾ ਸਾਡੀ ਮੀਟਿੰਗਸ ਚੱਲੀਆਂ ਨੇ, ਕੁਝ ਐਗਰੀਮੈਂਟ ਵੀ ਹੋਏ ਨੇ। ਇਨਵੈਸਟਮੈਂਟ ਦੀ ਵੀ ਜਪਾਨ ਨੇ ਸਾਡੇ ਨਾਲ ਕੀਤੀ ਹੈਗੀ ਕਿ 5 ਸਾਲਾਂ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਊਗੀ ਇੰਡੀਆ ਦੇ ਵਿੱਚ। ਤਾਂ ਇਹ ਹੁਣ ਪਾਰਟਨਰਸ਼ਿਪ ਦੀ ਵੀ ਗੱਲ ਕੀਤੀ ਗਈ ਹੈ ਕਿ ਕਲੀਨ ਐਨਰਜੀ ਪਾਰਟਨਰਸ਼ਿਪ ਕੀਤੀ ਗਈ ਹੈ ਜਪਾਨ ਅਤੇ ਇੰਡੀਆ ਦੇ ਵਿਚਕਾਰ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਪ੍ਰਸ਼ਨ, ਵਿਚ ਕੰਟਰੀਜ਼ ਗੌਰਮੈਂਟ ਐਜ਼ ਓਨਰਡ ਸੁਰੇਸ਼ ਰਾਇਨਾ ਵਿਦ ਦ ਸਪੋਰਟਸ ਆਈਕਨ ਅਵਾਰਡ? ਕਿਹੜੇ ਕੰਟਰੀ ਦੀ ਗੌਰਮੈਂਟ ਨੇ ਸੁਰੇਸ਼ ਰਾਇਨਾ ਨੂੰ ਸਪੋਰਟਸ ਆਈਕਨ ਅਵਾਰਡ ਜਿਹੜਾ ਹੈਗਾ ਉਹ ਦਿੱਤਾ ਗਿਆ? ਤਾਂ ਇਹ ਹੈਗਾ ਮਾਲਦੀਵਸ, ਸ਼੍ਰੀਲੰਕਾ, ਨੇਪਾਲ ਜਾਂ ਨਨ ਆਫ ਦੀਸ? ਕਿਹੜੇ ਕੰਟਰੀ ਨੇ ਇਹਨਾਂ ਨੂੰ ਓਨਰ ਕੀਤਾ ਹੈਗਾ? ਤਾਂ ਇਹ ਆਏਗਾ ਜੀ ਮਾਲਦੀਵਸ। ਮਾਲਦੀਵਸ ਨੇ ਜਿਹੜਾ ਹੈਗਾ ਸੁਰੇਸ਼ ਰਾਇਨਾ ਨੂੰ ਸਪੋਰਟਸ ਆਈਕਨ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਹੈਗਾ। ਸੁਰੇਸ਼ ਰਾਇਨਾ ਕੌਣ ਨੇਗੇ? ਸੁਰੇਸ਼ ਰਾਇਨਾ ਇੱਕ ਕ੍ਰਿਕਟਰ ਨੇ, ਇੰਡੀਅਨ ਕ੍ਰਿਕਟਰ, ਠੀਕ ਹੈ, ਜਿਨ੍ਹਾਂ ਨੇ ਭਾਰਤੀ ਕ੍ਰਿਕਟ ਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਪਾਇਆ ਹੈਗਾ। ਇਹਨਾਂ ਨੂੰ ਮਾਲਦੀਵਸ ਦੀ ਗੌਰਮੈਂਟ ਨੇ ਸਪੋਰਟਸ ਆਈਕਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਪ੍ਰਸ਼ਨ, ਇਨ ਵਿਚ ਸਟੇਟ ਪਾਖਲਾ ਡੇ ਹੈਜ਼ ਬੀਨ ਸੈਲੀਬਰੇਟਡ ਔਨ 20 ਮਾਰਚ? 20 ਮਾਰਚ ਨੂੰ ਪਾਖਲਾ ਡੇ ਮਨਾਇਆ ਗਿਆ ਸੀ। ਤਾਂ ਇਹ ਕਿਹੜੇ ਸਟੇਟ ਦੇ ਵਿੱਚ ਮਨਾਇਆ ਗਿਆ? ਉੜੀਸਾ, ਰਾਜਸਥਾਨ ਜਾਂ ਮੱਧ ਪ੍ਰਦੇਸ਼ ਜਾਂ ਕੋਈ ਨਹੀਂ? ਤਾਂ ਇਹ ਆਏਗਾ ਜੀ ਉੜੀਸਾ। ਉੜੀਸਾ ਦੇ ਵਿੱਚ ਜੋ ਹੈ ਪਾਖਲਾ ਡੇ 20 ਮਾਰਚ ਨੂੰ ਮਨਾਇਆ ਗਿਆ ਸੀ। ਤਾਂ ਪਾਖਲਾ ਡੇ ਕੀ ਹੈ, ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂਗੇ। ਪਾਖਲਾ ਡੇ ਦੇਖੋ, ਪਾਖਲਾ ਡੇ ਹੈਗਾ ਜਿਹੜੇ ਵੀ ਓਡੀਆ ਲੋਕ ਨੇਗੇ, ਓਡੀਆਜ਼ ਨੇਗੇ, ਰਿਜ਼ਾਈਡਿੰਗ ਅਕਰੋਸ ਦੀ ਗਲੋਬ, ਕਿਤੇ ਵੀ ਸੰਸਾਰ ਦੇ ਵਿੱਚ ਰਹਿੰਦੇ ਨੇ, ਇਹ ਪਾਖਲਾ ਦਿਵਸ ਜਿਹੜਾ ਹੈਗਾ ਇਹ ਮਨਾਉਂਦੇ ਨੇਗੇ। ਕੀ ਹੁੰਦੀ ਹੈਗੀ ਇਹ? ਇੱਕ ਪਾਖਲਾ ਕੀ ਇੱਕ ਓਡੀਆ ਟਰਮ ਹੈਗੀ, ਇੰਡੀਅਨ ਡਿਸ਼ ਹੈਗੀ, ਜਿਹੜੀ ਕੀ ਹੈ ਰਾਈਸ ਨੂੰ ਕੁੱਕ ਕਰਕੇ ਬਣਾਈ ਜਾਂਦੀ ਹੈ, ਚਾਵਲ ਵਗੈਰਾ ਪਕਾ ਕੇ ਬਣਾਈ ਜਾਂਦੀ ਹੈ ਇੰਡੀਅਨ ਡਿਸ਼ ਪਾਖਲਾ। ਅਤੇ ਜਿਹਦੇ ਵਿੱਚ ਰਾਈਸ ਹੋ ਗਏ, ਕਰਡ ਹੋ ਗਿਆ, ਕਕੰਬਰ, ਕਮਿਨ ਸੀਡਸ, ਫਰਾਈਡ ਜਿਹੜੇ ਹੈਗੇ ਨੇ ਅਨੀਅਨਸ ਹੋ ਗਏ, ਮਿੰਟ ਲੀਵਸ ਹੋ ਗਏ, ਇਹ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਅਤੇ ਇੱਕ ਡਿਸ਼ ਤਿਆਰ ਕੀਤੀ ਜਾਂਦੀ ਹੈ ਪਾਖਲਾ ਡਿਸ਼। ਅਤੇ ਓਡੀਆ ਲੋਕ ਜਿਹੜੇ ਹੈਗੇ ਨੇ ਇਸ 20 ਮਾਰਚ ਨੂੰ ਪਾਖਲਾ ਦਿਵਸ ਦੇ ਦਿਨ 'ਤੇ ਜਿਹੜਾ ਹੈਗਾ ਇਹ ਡਿਸ਼ ਤਿਆਰ ਕਰਦੇ ਨੇ ਅਤੇ ਜਿੱਥੇ ਵੀ ਰਹਿੰਦੇ ਨੇ ਓਡੀਆ ਲੋਕ ਉੱਥੇ ਇਹ ਮਨਾਉਂਦੇ ਨੇ ਆਪਣਾ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਕੁਐਸਚਨ, ਵਿਚ ਸਟੇਟ ਹੈਜ਼ ਬਿਕਮ ਦੀ ਫਸਟ ਟੂ ਇੰਪਲੀਮੈਂਟ ਨੇਵਾ ਪ੍ਰੋਗਰਾਮ? ਤਾਂ ਕਿਹੜੇ ਸਟੇਟ ਨੇ ਇਹ ਪ੍ਰੋਗਰਾਮ ਨੇਵਾ ਪ੍ਰੋਗਰਾਮ ਇੰਪਲੀਮੈਂਟ ਕੀਤਾ ਹੈ? ਆਪਸ਼ਨ ਹੈਗੀ ਹੈ ਮਣੀਪੁਰ, ਨਾਗਾਲੈਂਡ ਜਾਂ ਮਿਜ਼ੋਰਮ। ਸਾਡੇ ਕੋਲ ਇਹ ਤਿੰਨੋਂ ਈਸਟ ਦੀਆਂ ਸਟੇਟਸ ਨੇ। ਤਾਂ ਇਹਦਾ ਆਪਸ਼ਨ ਆਏਗਾ ਜੀ ਨਾਗਾਲੈਂਡ। ਨਾਗਾਲੈਂਡ ਈਸਟਰਨ ਸਟੇਟ ਆਫ ਇੰਡੀਆ, ਇਹਨਾਂ ਨੇ ਪਹਿਲੇ ਸਟੇਟ ਨੇ ਜਿਨ੍ਹਾਂ ਨੇ ਨੇਵਾ ਪ੍ਰੋਗਰਾਮ ਲਾਗੂ ਕੀਤਾ ਹੈਗਾ, ਇੰਪਲੀਮੈਂਟ ਕੀਤਾ ਹੈਗਾ। ਤਾਂ ਨੇਵਾ ਪ੍ਰੋਗਰਾਮ ਕੀ ਹੈਗਾ ਇਸ ਦੇ ਬਾਰੇ ਗੱਲ ਕਰਦੇ ਹੈਗੇ ਆਪਾਂ। ਨੇਵਾ ਇੱਕ ਯੂਨੀਕੋਡ ਕੰਪਲੀਐਂਟ ਸੋਫਟਵੇਅਰ ਹੈਗਾ। ਇਹਦੇ 'ਚ ਕੀ ਹੁੰਦਾ ਹੈਗਾ, having provision for easy access to various documents like list of questions, list of business reports etc. ਮਤਲਬ ਕੀ ਹੈ, ਇਹਦੇ ਵਿੱਚ ਜੋ ਵੀ ਸਾਡਾ ਗੌਰਮੈਂਟ ਦਾ ਡਾਕੂਮੈਂਟੇਸ਼ਨ ਹੈਗੀ, ਕੰਮ ਚੱਲਦੇ ਨੇ ਕਾਗਜ਼ੀ ਕੰਮ, ਚਾਹੇ ਉਹ ਲਿਸਟ ਆਫ ਕੁਐਸਚਨਸ ਹੋਵੇ, ਲਿਸਟ ਆਫ ਬਿਜ਼ਨਸ ਹੋਵੇ, ਰਿਪੋਰਟਸ ਹੋਣ, ਕੁਛ ਵੀ ਹੋਵੇ, ਉਹ ਸਾਰਾ ਕੁਛ ਕੀ ਹੈਗਾ ਇੱਕ ਸੋਫਟਵੇਅਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਤਿਆਰ ਕੀਤਾ ਗਿਆ ਹੈਗਾ। ਅਤੇ ਉਸ ਜਿਹੜਾ ਹੈਗਾ ਸਾਨੂੰ ਔਨਲਾਈਨ ਮਿਲ ਜਾਂਦੇ ਨੇ, ਚਾਹੇ ਉਹ ਇੰਗਲਿਸ਼ ਦੇ ਵਿੱਚ ਹੋਵੇ ਜਾਂ ਸਾਡੀ ਕੋਈ ਰੀਜਨਲ ਲੈਂਗੁਏਜ ਦੇ ਹੋਵੇ, ਉਹਦੇ ਵਿੱਚ ਸਾਨੂੰ ਅਵੇਲੇਬਲ ਹੁੰਦੇ ਨੇਗੇ। ਤਾਂ ਨੌਰਥ ਈਸਟਰਨ ਸਟੇਟ ਆਫ ਨਾਗਾਲੈਂਡ, ਨਾਗਾਲੈਂਡ ਪਹਿਲੀ ਸਟੇਟ ਹੈਗੀ ਜਿਹਨੇ ਜਿਹੜਾ ਹੈਗਾ ਆਪਣੀ ਅਸੈਂਬਲੀ ਦੇ ਵਿੱਚ ਇਸ ਨੂੰ ਇੰਪਲੀਮੈਂਟ ਕੀਤਾ ਹੈਗਾ। ਇਹਦੀ ਨੇਵਾ ਪ੍ਰੋਗਰਾਮ ਦੀ ਫੁੱਲ ਫੋਰਮ ਕੀ ਹੈ? ਨੈਸ਼ਨਲ ਈ ਵਿਧਾਨ ਐਪਲੀਕੇਸ਼ਨ। ਨੈਸ਼ਨਲ ਈ ਵਿਧਾਨ ਐਪਲੀਕੇਸ਼ਨ ਇਹ ਕੀ ਹੈਗਾ, ਕੰਪਲੀਟਲੀ ਪੇਪਰਲੈਸ ਜਿਹੜੀ ਹੈਗੀ ਹੈ ਪ੍ਰੋਗਰਾਮ ਹੈਗਾ, ਜਿਹਦੇ ਵਿੱਚ ਪੇਪਰ ਦਾ ਯੂਜ਼ ਨਹੀਂ ਕੀਤਾ ਜਾਂਦਾ। ਮਤਲਬ ਜਿਹੜੀ ਵੀ ਸਾਰੀ ਡਾਕੂਮੈਂਟੇਸ਼ਨ ਦਾ ਕੰਮ ਹੈ ਉਸਨੂੰ ਔਨਲਾਈਨ ਕਰ ਦਿੱਤਾ ਗਿਆ ਹੈਗਾ। ਅਤੇ ਹੌਲੀ ਹੌਲੀ ਜਿਹੜੇ ਹੈਗੇ ਨੇ ਅਦਰ ਸਟੇਟਸ ਵੀ ਇਸ ਨੂੰ ਅਪਣਾ ਰਹੇ ਨੇ। ਤਾਂ ਨਾਗਾਲੈਂਡ ਜਿਹੜਾ ਹੈਗਾ ਪਹਿਲਾ ਸਟੇਟ ਹੈ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਹੈਗਾ ਨੇਵਾ ਪ੍ਰੋਗਰਾਮ।
ਇਹ ਸੀਗਾ ਜੀ ਸਾਡਾ ਅੱਜ ਦਾ ਸੈਸ਼ਨ, ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਜਿਹੜੇ ਹੈਗੇ ਨੇ ਆਪਾਂ ਡਿਸਕਸ ਕੀਤੇ ਨੇਗੇ। ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕੁਐਸਚਨ ਸਾਡੇ ਪਸੰਦ ਆਏ ਹੋਣਗੇ। ਅਤੇ ਅੱਜ ਦੇ ਲਈ ਧੰਨਵਾਦ। ਅਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਧੰਨਵਾਦ ਜੀ।